ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਦੇ ਵਿੱਚ। ਤੁਸੀਂ ਦੇਖ ਰਹੇ ਹੋ MSW ਸਟੱਡੀ ਔਰ ਗੱਲ ਕਰਾਂਗੇ ਇਸ ਬਿੱਲ ਦੀ ਜਿਹੜੀ ਇੱਕ ਵੱਡੀ ਨਿਊਜ਼ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਭਰਤੀ ਦਾ ਜਿਹੜਾ ਕਾਂਸਟੇਬਲ ਆਰਮਡ ਕਾਡਰ ਦੀ ਜਿਹੜੀ ਡਿਸਟ੍ਰਿਕਟ ਕਾਡਰ ਦੀ ਵੱਡੀ ਭਰਤੀ ਹੋਈ ਸੀ, ਉਸ ਭਰਤੀ ਨਾਲ ਸੰਬੰਧ ਜਿਹੜਾ ਕੁਝ ਹੀ ਘੰਟੇ ਪਹਿਲਾਂ ਜਿਹੜੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਗਈਆਂ, ਭਾਵ ਫਾਈਨਲ ਮੈਰਿਟ ਲਿਸਟ ਤੁਹਾਡੇ ਜਿਹੜੇ ਆ ਚੁੱਕੇ ਆ ਕਿ ਸਿਲੈਕਟਡ ਕੈਂਡੀਡੇਟ ਕੌਣ ਫਿਜ਼ੀਕਲ ਤੋਂ ਬਾਅਦ ਜਿਹੜੇ ਕਿਹੜੇ ਕੈਂਡੀਡੇਟਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਦੀ ਫਾਈਨਲ ਲਿਸਟ ਪਾ ਦਿੱਤੀ ਗਈ। ਇੱਥੇ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਆ ਕਿ ਵੇਟਿੰਗ ਲਿਸਟ ਆਏਗੀ ਜਾਂ ਨਹੀਂ, ਕਿਉਂਕਿ ਪਿਛਲੇ ਕੁਝ ਟਾਈਮ ਤੋਂ ਜਿਹੜੀਆਂ ਵੇਟਿੰਗ ਲਿਸਟਾਂ ਖਤਮ ਕੀਤੀਆਂ ਜਾ ਚੁੱਕੀਆਂ। ਸੋ ਇਸ ਵਾਰ ਵੇਟਿੰਗ ਲਿਸਟ ਆਏਗੀ ਜਾਂ ਨਹੀਂ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਲੈ ਚੱਲਦਾ ਅਫੀਸ਼ੀਅਲ ਵੈਬਸਾਈਟ ਤੇ, ਤਾਂ ਸਾਰੀ ਜਾਣਕਾਰੀ ਤੁਹਾਨੂੰ ਮਿਲ ਜਾਏਗੀ। ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰਦੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਦਬ ਲਓ ਔਰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਔਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਇੱਥੋਂ ਲਿਸਟਾਂ ਸਟਾਰਟ ਹੁੰਦੀਆਂ ਲਗਭਗ ਜਿੱਥੇ ਲਿਖਿਆ ਲਿਸਟ ਆਫ ਸਿਲੈਕਟਡ ਕੈਂਡੀਡੇਟ ਆਰਮਡ ਕੇਡਰ ਐਕਸ ਸਰਵਿਸਮੈਨ ESM ਜਿਸਨੂੰ ਬੋਲਦੇ ਨੇ ਬੈਕਵਰਡ ਕਲਾਸ ਦੇ ਵਿੱਚ, ਸ਼ਾਇਦ ਨੀਚੇ ਵੀ ਹੈ, ਇਹ ਵੀ ਆ ਜਿੱਥੇ ਸਿਲੈਕਟਡ ਲਿਖਿਆ, ਕੱਟ ਆਫ ਵਾਲੀ ਤੋਂ ਉੱਪਰ ਜਿੱਥੇ ਸਿਲੈਕਟਡ ਲਿਖਿਆ। ਇਹ ਸਾਰੀਆਂ ਲਿਸਟਾਂ ਜਿਹੜੀਆਂ ਨਵੀਆਂ ਲਿਸਟਾਂ ਪਾਈਆਂ ਗਈਆਂ ਨੇ। ਹੁਣ ਇਹ ਕਿੰਨੀਆਂ ਲਿਸਟਾਂ ਲਗਭਗ ਤੁਸੀਂ ਦੇਖ ਸਕਦੇ ਹੋ, ਉੱਪਰ ਜਾਓਗੇ ਹਰੇਕ ਕੈਟਾਗਰੀ ਨਾਲ ਸੰਬੰਧਿਤ, ਠੀਕ ਹੈ। ਐਕਸ ਸਰਵਿਸਮੈਨ ਦੇ ਵਿੱਚ ਵੀ ਅਲੱਗ-ਅਲੱਗ, ਠੀਕ ਹੈ। ਔਰ ਤੁਸੀਂ ਦੇਖੋ ਲਿਸਟ ਸਿਲੈਕਟਡ ਕੈਂਡੀਡੇਟ ਆਰਮਡ ਕੇਡਰ ਇਨ ਸ਼ਡਿਊਲ ਕਾਸਟ, ਠੀਕ ਹੈ, ਉਸ ਦੀ ਪਾਈ ਗਈ ਇੱਥੇ ਲਿਸਟ। ਉਸ ਤੋਂ ਬਾਅਦ ਅੱਗੇ ਹੋਰ ਚੱਲਦੇ ਆ, ਇੱਕ ਲਿਸਟ ਆਪਾਂ ਓਪਨ ਵੀ ਕਰਕੇ ਦੇਖ ਲਾਂਗੇ, ਕੋਈ ਰੀਜ਼ਨ ਨਹੀਂ ਹੈਗਾ, ਤੁਹਾਨੂੰ ਦੱਸ ਦਿੰਦੇ ਹਾਂ। ਸਾਰੀਆਂ ਲਿਸਟਾਂ ਇੱਥੇ ਪਾ ਦਿੱਤੀਆਂ ਗਈਆਂ ਕੈਟਾਗਰੀ ਵਾਈਜ਼, ਠੀਕ ਹੈ। ਔਰ ਸਭ ਤੋਂ ਜਿਹੜੀ ਪਹਿਲੀ ਲਿਸਟ ਉਸ ਨੂੰ ਆਪਾਂ ਓਪਨ ਕਰ ਲੈਂਦੇ ਹਾਂ, ਜਿਹੜੀ ਕਿ ਜਨਰਲ ਕੈਟਾਗਰੀ ਦੀ ਲਿਸਟ ਹੈਗੀ ਹੈ, ਠੀਕ ਹੈ। ਔਰ ਇੱਕ ਵਾਰ ਤੁਹਾਡੇ ਅੱਗੇ ਲਿਸਟ ਓਪਨ ਹੋ ਜਾਏਗੀ, ਥੋੜ੍ਹਾ ਜਿਹਾ ਵੇਟ ਕਰੋ 1 ਸੈਕਿੰਡ। ਔਰ ਇਸ ਲਿਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਡਾ ਨਾਮ ਆਇਆ ਜਾਂ ਨਹੀਂ ਆਇਆ, ਇਹ ਤੁਸੀਂ ਆਪਣੇ ਆਪ ਫਾਈਂਡ ਕਰਨਾ ਹੋਏਗਾ। ਤੁਸੀਂ ਦੇਖ ਸਕਦੇ ਹੋ ਲਿਸਟਾਂ ਪਾ ਦਿੱਤੀਆਂ ਗਈਆਂ ਔਰ ਜਿਹਦੇ ਵਿੱਚ ਕੈਂਡੀਡੇਟ ਦਾ ਨਾਮ, ਫਾਦਰ ਨੇਮ ਜਿਹੜਾ ਰੱਖਿਆ ਗਿਆ ਔਰ ਡੇਟ ਆਫ ਬਰਥ ਤੁਹਾਡਾ ਇਸ ਦੇ ਨਾਲ ਸ਼ੋਅ ਕੀਤਾ ਗਿਆ। ਜਿਹੜੇ ਤੁਹਾਡੇ ਮਾਰਕਸ ਕਿੰਨੇ ਬਣੇ ਸੀ ਨੋਰਮਲਾਈਜੇਸ਼ਨ ਦੇ ਵਿੱਚ ਉਹ ਦੱਸਿਆ ਗਿਆ, ਤੁਹਾਡੀ ਕੈਟਾਗਰੀ ਸਭ ਕੁਝ ਇੱਥੇ ਰੱਖਿਆ ਗਿਆ। ਔਰ ਤੁਸੀਂ ਆਪਣੇ ਰੋਲ ਨੰਬਰ ਤੋਂ ਵੀ ਸਰਚ ਕਰ ਸਕਦੇ ਹੋ, ਆਪਣੇ ਨੇਮ ਤੋਂ ਵੀ ਸਰਚ ਕਰ ਸਕਦੇ ਹੋ। ਹੁਣ ਦੇਖੋ ਸਾਰੀਆਂ ਲਿਸਟਾਂ ਨੂੰ ਚੈੱਕ ਕਰਨ ਤੋਂ ਬਾਅਦ ਕਿੰਨੇ ਕੈਂਡੀਡੇਟ ਬੁਲਾਏ ਗਏ ਆ। ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ 4362 ਪੋਸਟਾਂ ਸੀ ਸ਼ਾਇਦ ਕੁਛ, ਹਾਂ ਦੋਨੋਂ ਹੀ ਆਰਮਡ ਕੈਡਰ ਨੇ ਜ਼ਿਲ੍ਹਾ ਕੈਡਰ। ਹੁਣ ਜਿਹੜੀਆਂ ਲਿਸਟਾਂ ਪਾਈਆਂ ਗਈਆਂ ਨੇ, ਲਿਸਟਾਂ ਦੇ ਵਿੱਚ ਲੜਕੀਆਂ ਨੂੰ ਵੀ ਬੁਲਾਇਆ ਗਿਆ ਤੇ ਲੜਕਿਆਂ ਨੂੰ ਵੀ ਬੁਲਾਇਆ ਗਿਆ, ਦੋਨਾਂ ਦੀਆਂ ਮਿਕਸ ਲਿਸਟਾਂ ਪਾਈਆਂ ਗਈਆਂ ਨੇ, ਠੀਕ ਹੈ। ਸੋ ਜਿੰਨੀਆਂ ਪੋਸਟਾਂ ਲੜਕੀਆਂ ਲਈ ਬਣਦੀਆਂ ਸੀ, ਜਿੰਨੀਆਂ ਲੜਕਿਆਂ ਲਈ ਬਣਦੀਆਂ ਸੀ, ਦੋਨਾਂ ਦੀਆਂ ਲਿਸਟਾਂ ਪਾ ਦਿੱਤੀਆਂ ਗਈਆਂ ਹਰ ਇੱਕ ਕੈਟਾਗਰੀ ਦੇ ਵਿੱਚ। ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ। ਹੁਣ ਜਿਨ੍ਹਾਂ ਨਾਮ ਨਹੀਂ ਆਇਆ ਉਹ ਮੰਨ ਲਓ ਜਿੰਨੀ ਵੀ ਮੈਰਿਟ ਗਈ ਹੈ, ਕਹਿਣ ਦਾ ਮਤਲਬ ਜਿੱਥੇ ਤੱਕ ਮੈਂ ਸੁਣਿਆ ਕਿ BC 76 ਤੱਕ ਗਈ ਹੈ, ਜਨਰਲ 78 ਤੱਕ ਗਈ ਹੈ ਫਾਈਨਲ ਮੈਰਿਟ। ਪਰ ਬਹੁਤ ਸਾਰੇ ਕੈਂਡੀਡੇਟ ਬਿਲਕੁਲ ਨਜ਼ਦੀਕ ਬੈਠੇ ਆ ਇਹਨਾਂ ਮਾਰਕਸ ਦੇ, ਤਾਂ ਉਹ ਵੇਟਿੰਗ ਲਿਸਟ ਦੀ ਵੇਟ ਹੀ ਕਰਨਗੇ, ਠੀਕ ਹੈ। ਸੋ ਉਹਨਾਂ ਲਈ ਇੱਕ ਚੀਜ਼ ਸਭ ਤੋਂ ਪਹਿਲਾਂ ਆਪਾਂ ਇੱਥੇ ਵੈਰੀਫਾਈ ਕਰਦੇ ਹਾਂ, ਤਾਂ ਇਹ ਲਿਸਟਾਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਜਾ ਕੇ। ਔਰ ਇੱਥੇ ਇੱਕ ਚੀਜ਼ ਤੁਸੀਂ ਦੇਖ ਸਕਦੇ ਹੋ, 1 ਸੈਕਿੰਡ ਵੇਟ, ਇੱਥੇ ਇੱਕ ਕੈਲਕੂਲੇਸ਼ਨ ਜਿਹੜੀ ਕੱਢੀ ਗਈ ਹੈ ਕਿ ਇਸ ਕੈਲਕੂਲੇਸ਼ਨ ਦੇ ਅਕੋਰਡਿੰਗ ਤੁਸੀਂ ਦੇਖਦੇ ਹੋ ਕਿ ਕਿੰਨੇ ਕੈਂਡੀਡੇਟ ਸੱਦੇ ਗਏ ਨੇ ਫਾਈਨਲ ਮੈਰਿਟ ਦੇ ਵਿੱਚ। ਜਰਨਲ ਦੇ ਲਈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇਹਨਾਂ ਦੱਸਿਆ ਹੋਇਆ ਸਾਰਾ ਕੁਛ। ਜਿਹੜਾ ਇਹ ਇੱਕ ਸਟੂਡੈਂਟ ਨੇ ਜਿਹੜਾ ਮੈਨੂੰ ਸੈਂਡ ਕੀਤਾ, ਜਿਹੜਾ ਪ੍ਰੋਪਰ ਇਹ ਸਿਸਟਮ ਹੈਗਾ। ਜਰਨਲ ਦੇ ਵਿੱਚ ਤੁਸੀਂ ਦੇਖਦੇ ਹੋ 1232 ਅਲੱਗ-ਅਲੱਗ ਕੈਟਾਗਰੀ ਲਾ ਕੇ, ਠੀਕ ਹੈ, ਜਰਨਲ ਦੇ ਵਿੱਚ। ਔਰ 1060 ਜਿਹੜਾ ਡਿਸਟ੍ਰਿਕਟ ਕਾਡਰ ਦੇ ਆਰਮਡ ਕਾਡਰ ਦੇ ਦੱਸਿਆ ਗਿਆ। ਔਰ SC ਬਾਲਮੀਕੀ ਮਜ਼ਹਬੀ ਦੇ ਵਿੱਚ 242 ਔਰ ਡਿਸਟ੍ਰਿਕਟ ਕਾਡਰ ਵਿੱਚ 208 ਕੈਂਡੀਡੇਟ ਸੱਦੇ ਗਏ ਹੈ। SC ਰਮਦਾਸੀ ਦੇ ਵਿੱਚ 241 ਐਂਡ 207 ਡਿਸਟ੍ਰਿਕਟ ਕਾਡਰ ਦੇ ਵਿੱਚ ਸੱਦੇ ਗਏ ਆ। ਔਰ BC ਦੇ ਵਿੱਚ 241 ਆਰਮਰ ਕਾਡਰ ਐਂਡ 207 ਡਿਸਟ੍ਰਿਕਟ ਕਾਡਰ ਦੇ ਵਿੱਚ ਕੈਂਡੀਡੇਟ ਸੱਦੇ ਗਏ ਨੇ। ਕਹਿੰਦੇ ਵਾਲੇ ਪੂਰੇ ਹੀ ਕੈਂਡੀਡੇਟ ਸੱਦੇ ਗਏ ਨੇ। ਜੇਕਰ ਟੋਟਲ ਆਪਾਂ ਹਿਸਾਬ ਕਿਤਾਬ ਲਾਈਏ ਤਾਂ ਸਾਰਾ ਇੰਨੇ ਬਣਦੇ ਆ 4309 ਕੈਂਡੀਡੇਟ ਜਿਹੜੇ ਸਿਲੈਕਟਡ ਕੈਂਡੀਡੇਟ ਜਿਨ੍ਹਾਂ ਦੀਆਂ ਲਿਸਟਾਂ ਪਾਈਆਂ ਗਈਆਂ, ਨਾਮ ਪਾਏ ਗਏ ਨੇ। ਹੁਣ ਪੋਸਟਾਂ ਸੀ 4362, ਤਾਂ ਵੈਸੇ 4362 ਤੋਂ ਬਾਅਦ 4309 ਹੀ ਬਣਦੇ ਆ। ਮੈਨੂੰ ਇਹ ਕਿਸੇ ਸਟੂਡੈਂਟ ਨੇ ਭੇਜਿਆ ਇਹ ਕੈਲਕੂਲੇਸ਼ਨ ਕਰਕੇ, ਹੋ ਸਕਦਾ ਚਲੋ ਇਹ 4362 ਹੀ ਬਣਦੇ ਹੋਣ, ਥੋੜ੍ਹਾ ਮੋਟਾ ਕੈਲਕੂਲੇਸ਼ਨ ਦੇ ਵਿੱਚ ਫਰਕ ਪੈ ਗਿਆ ਹੋਵੇ। ਬਟ ਪੂਰੇ ਹੀ ਕੈਂਡੀਡੇਟ ਕਹਿਣ ਦਾ ਮਤਲਬ ਬੁਲਾਏ ਗਏ ਨੇ, ਪੂਰੇ ਹੀ ਕੈਂਡੀਡੇਟ ਬੁਲਾਏ ਗਏ ਨੇ। ਹੁਣ ਇੱਥੇ ਸਵਾਲ ਖੜਾ ਕੀ ਹੁੰਦਾ ਕਿ ਜਦੋਂ ਹੀ ਮੈਡੀਕਲ ਹੋਏਗਾ, ਮੈਡੀਕਲ ਦੇ ਵਿੱਚ 300 ਸਟੂਡੈਂਟ ਵੀ ਬਾਹਰ ਹੋ ਸਕਦੇ ਆ, 100 ਸਟੂਡੈਂਟ ਵੀ ਬਾਹਰ ਸਕਦਾ, 500 ਵੀ ਹੋ ਸਕਦਾ ਸਟੂਡੈਂਟ। ਔਰ ਕਿਸੇ ਦੇ ਜਿਹੜੇ ਡਾਕੂਮੈਂਟ ਵੀ ਰਿਜੈਕਟ ਹੋ ਸਕਦੇ ਆ, ਠੀਕ ਹੈ। ਤਾਂ ਬਾਅਦ ਦੇ ਵਿੱਚ ਡਾਕੂਮੈਂਟ ਨੂੰ ਜੋ ਵੈਰੀਫਾਈ ਕਰਦੇ ਆ ਰਿਜੈਕਟ ਹੋ ਜਾਂਦੇ ਆ ਕਈ ਵਾਰ, ਜਿਵੇਂ ਕਿ ਹੁਣੇ ਮਾਸਟਰਗੇਟ ਦੇ ਵਿੱਚ ਹੋਇਆ। ਤਾਂ ਇਸ ਲਈ ਵੇਟਿੰਗ ਲਿਸਟ ਦੀ ਮੰਗ ਕਰੋ, ਕਿਉਂਕਿ ਪੂਰੇ ਕੈਂਡੀਡੇਟਾਂ ਨੂੰ ਹੀ ਬੁਲਾਇਆ ਗਿਆ। ਤਾਂ ਵੇਟਿੰਗ ਲਿਸਟ ਦੀ ਮੰਗ ਕਰੋ। ਇਹ ਨਾ ਹੋਵੇ ਕਿ ਇਸ ਦੇ ਵਿੱਚੋਂ 300 ਜਾਂ 400 ਕੈਂਡੀਡੇਟ ਰਿਜੈਕਟ ਹੋ ਜਾਣ ਇਹ ਭਰਤੀ ਦੇ ਵਿੱਚੋਂ, ਅਤੇ ਬਾਅਦ ਦੇ ਵਿੱਚ ਸਰਕਾਰ ਉਸ ਭਰਤੀ ਦੀਆਂ ਪੋਸਟਾਂ ਹੀ ਖਾਲੀ ਛੱਡ ਦੇ,
ਠੀਕ ਹੈ। ਤਾਂ ਇਸ ਚੀਜ਼ ਨੂੰ ਮੰਗ ਉਠਾਓ ਔਰ ਜਿੰਨੇ ਹੋਰ ਵੀ YouTube ਚੈਨਲ ਹੈਗੇ ਆ ਸੋ ਉਹਨਾਂ ਅੱਗੇ ਵੀ ਆਪਣੀ ਰਿਕੁਐਸਟ ਹੈ ਕਿ ਸਾਰੇ ਇਸ ਚੀਜ਼ ਨੂੰ ਮੁੱਦੇ ਨੂੰ ਰੱਖੋ ਕਿ ਵੇਟਿੰਗ ਲਿਸਟ ਜ਼ਰੂਰ ਪਾਈ ਜਾਵੇ। ਇਹ ਨਾ ਹੋਵੇ ਕਿ ਪੋਸਟਾਂ ਖਾਲੀ ਰੱਖ ਲਓ ਤੁਸੀਂ। ਜੇ ਇਹਨਾਂ ਦੇ ਜਿੰਨੇ ਕੈਂਡੀਡੇਟ ਬੁਲਾਏ ਗਏ ਆ ਇਹਨਾਂ ਕੈਂਡੀਡੇਟ ਦੇ ਵਿੱਚੋਂ ਜੇਕਰ ਕੈਂਡੀਡੇਟ ਰਿਜੈਕਟ ਪਾਏ ਜਾਂਦੇ ਆ ਤਾਂ ਵੇਟਿੰਗ ਲਿਸਟ ਆਉਣੀ ਚਾਹੀਦੀ ਹੈ ਲਾਜ਼ਮੀ, ਹੱਕ ਬਣਦਾ ਸਟੂਡੈਂਟਾਂ ਦਾ। ਕਿਉਂਕਿ ਇਸ ਤੋਂ ਬਾਅਦ ਜੇ ਤੁਸੀਂ ਵੇਟਿੰਗ ਲਿਸਟ ਨਹੀਂ ਪਾਓਗੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ, ਬਹੁਤ ਸਾਰੇ ਸਟੂਡੈਂਟ 75 ਨੰਬਰ ਲਈ ਬੈਠੇ ਹੈ, ਕੋਈ 70 ਪਲੱਸ ਲਈ ਬੈਠੇ ਹੈ, ਪਰ ਉਹ ਵੇਟਿੰਗ ਲਿਸਟ ਦੀ ਵੇਟ ਕਰਨਗੇ। ਠੀਕ ਹੈ, ਸੋ ਉਹਨਾਂ ਵਾਸਤੇ ਵੇਟਿੰਗ ਲਿਸਟ ਜ਼ਰੂਰ ਪਾਇਓ ਤਾਂ ਕਿ ਉਹਨਾਂ ਦਾ ਅਗਲੇ ਸਾਲ ਮਨੋਬਲ ਨਾ ਟੁੱਟੇ ਔਰ ਉਹਨਾਂ ਦੀ ਓਵਰੇਜ ਨਾ ਹੋਵੇ। ਕਿਉਂਕਿ ਬਹੁਤ ਸਾਰੇ ਕੈਂਡੀਡੇਟ ਨੇ ਮਿਹਨਤ ਕੀਤੀ, ਗਰਾਊਂਡਾਂ ਵਿੱਚ ਗਏ, ਪਰ ਜੇਕਰ ਉਹਨਾਂ ਦਾ ਵੇਟਿੰਗ ਲਿਸਟ ਦੇ ਵਿੱਚ ਨਾਮ ਨਾ ਆਇਆ ਜਾਂ ਅਸਲ ਵੇਟਿੰਗ ਲਿਸਟ ਇਹਨਾਂ ਨੇ ਪਾਈ ਹੀ ਨਾ ਤਾਂ ਫਿਰ ਉਹਨਾਂ ਦੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਏਜ ਹੀ ਚਲੀ ਜਾਵੇ। ਸੋ ਹਰੇਕ ਲਈ ਸੁਨਹਿਰੀ ਮੌਕਾ ਹੁੰਦਾ। ਸੋ ਜੇਕਰ ਇਹਨਾਂ ਦੇ ਵਿੱਚੋਂ ਕੈਂਡੀਡੇਟ ਰਿਜੈਕਟ ਹੁੰਦੇ, ਸ਼ੋਰ ਹੀ ਹੁੰਦਾ ਕਿ ਮੈਡੀਕਲ ਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਨਿਕਲ ਜਾਂਦੇ ਆ, ਫਿਰ ਵੀ ਵੇਟਿੰਗ ਲਿਸਟ ਜੇ ਇਹਨਾਂ ਨੇ ਨਾ ਪਾਈ ਤਾਂ ਸਰਕਾਰ ਧੱਕਾ ਕਰੂਗੀ ਸਾਡੇ ਨਾਲ, ਤਾਂ ਇਹ ਪੂਰੇ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਧੱਕਾ ਹੋਊਗਾ। ਅਤੇ ਇਸ ਲਈ ਵੇਟਿੰਗ ਲਿਸਟ ਦੀ ਮੰਗ ਕਰੋ, ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ। ਔਰ ਇਸ ਤੋਂ ਇਲਾਵਾ ਆਪਣੇ ਚੈਨਲ 'ਤੇ ਕੋਈ ਵੀ ਇਨਫੋ ਗੌਰਮੈਂਟ ਜੋਬ ਨਾਲ ਸੰਬੰਧ ਹੁੰਦੀ ਹੈ ਔਰ ਕੋਈ ਵੀ ਪ੍ਰਾਈਵੇਟ ਜੋਬ ਹੁੰਦੀ ਹੈ ਤਾਂ ਉਸ ਨਾਲ ਸੰਬੰਧ ਹਰ ਇਨਫੋ ਤੁਹਾਨੂੰ ਮਿਲਦੀ ਰਹਿੰਦੀ ਆ। ਔਰ ਇਸ ਤੋਂ ਇਲਾਵਾ ਤੁਸੀਂ ਆਪ ਵੀ ਕੈਲਕੂਲੇਸ਼ਨ ਕਰ ਸਕਦੇ ਹੋ ਕਿ ਕਿੰਨੇ ਸਟੂਡੈਂਟ ਨੂੰ ਬੁਲਾਇਆ ਗਿਆ ਔਰ ਇਹ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਆਪਣੇ ਚੈਨਲ ਤੋਂ। ਔਰ ਕਿਸੇ ਵੀ ਉਧਰ YouTube ਨੇ ਇਹ ਸਕਰੀਨਸ਼ਾਟ ਪਾਉਣਾ ਹੈਗਾ ਕੈਲਕੂਲੇਸ਼ਨ ਕਰਕੇ ਕਿ ਕਿੰਨੇ ਕੈਂਡੀਡੇਟ ਨੂੰ ਬੁਲਾਇਆ ਗਿਆ। ਸੋ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਕਲੇਮ ਨਹੀਂ ਹੋਏਗਾ ਆਪਣੇ ਵੱਲੋਂ। ਸੋ ਸਾਰੇ ਹੀ ਯੂਟਿਊਬਰ ਇਸ ਸਕਰੀਨਸ਼ਾਟ ਨੂੰ ਲੈ ਕੇ ਇਸ ਕੈਲਕੂਲੇਸ਼ਨ ਨੂੰ ਪਾ ਸਕਦੇ ਆ ਕਿ ਕਿੰਨੇ ਕੈਂਡੀਡੇਟ ਨੂੰ ਬੁਲਾਇਆ ਗਿਆ, ਕਿ ਵੇਟਿੰਗ ਲਿਸਟ ਦੇ ਕਿੰਨੇ ਚਾਂਸ ਬਣਦੇ ਆ। ਸੋ ਥੈਂਕ ਯੂ, ਟੇਕ ਕੇਅਰ, ਬਾਏ ਬਾਏ, ਮਿਲਾਂਗੇ ਨੈਕਸਟ ਵੀਡੀਓ 'ਚ।